सिलैक्शन वाले लोग हाँ इलैक्शन च फस गए हैं और ये लड़ना साडा शौक नहीं मजबूरी है। ਸੰਗਤ ਦਾ ਸਵਾਲ ਹੁੰਦਾ ਹੈ, ਮਜਬੂਰੀਆਂ ਕੋਈ ਨਹੀਂ। ਇਹ ਤਾਂ ਸਾਰੀ ਕੁਰਸੀ ਦੀ ਲਾਲਸਾ ਹੈ ਵੀ ਕੁਰਸੀ ਦੀ ਲਾਲਸਾ ਕਰਕੇ ਸਾਰੇ ਲੀਡਰ ਜਿਹੜੇ ਅੱਗੇ ਆਉਂਦੇ ਨੇ। ਪ੍ਰਧਾਨ ਮੰਤਰੀ ਤੋਂ ਵੀ ਵੱਧ ਸਾਡੀ ਜਿਹੜੀ ਸੀ ਇੱਜ਼ਤ ਮਾਣ ਸਿੱਖਾਂ ਨੇ ਸਾਨੂੰ ਦਿੱਤਾ ਹੋਇਆ। ਇੱਕ ਸਾਨੂੰ ਲਾਲਸਾ ਕੋਈ ਨਹੀਂ ਆ। ਅਸੀਂ ਕਬਜ਼ਾ ਨਹੀਂ ਕਰਨਾ, ਅਸੀਂ ਤੇ ਕਬਜ਼ਾ ਤੋੜਨਾ ਆਏ ਆ ਨਰੈਣੂ ਮਹੰਤਾਂ ਦਾ। ਤੁਸੀਂ ਕਿੱਥੋਂ ਇੰਨਾ ਖਰਚਾ ਕਰ ਰਹੇ ਹੋ? ਤੁਹਾਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ? ਇਹ ਵੀ ਸਵਾਲ ਉੱਠ ਰਿਹਾ। ਅਸੀਂ ਕੀਰਤਨ ਕਰਨ ਵਾਲੇ ਆ ਭਾਈ, ਜਿੱਥੇ ਵਾਜਾ ਖੋਲ ਕੇ ਬੈਠਦੇ ਆ ਨਾ, ਸਾਨੂੰ ਉੱਥੇ ਸੰਗਤ ਸ਼ਰੇਆਮ ਸਾਹਮਣੇ ਪੈਸੇ ਦੇ ਰਹੀ ਆ, ਤੁਹਾਡੇ ਵਾਂਗੂ ਬਲੈਕ ਮਨੀ ਨਹੀਂ। ਆ ਪਿਛਲੇ ਦਿਨ ਹੀ ਇੱਕ ਬਾਦਲਾਂ ਦੇ ਬੰਦੇ ਤੇ ਸਿਰਸਿਆਂ ਦੇ ਪਰਚਾ ਵੀ ਹੋਇਆ ਵਾ ਵੀ ਉਹ ਸ਼ਰਾਬ ਵੰਡਦਾ ਫੜਿਆ ਗਿਆ। ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਬਣਾਈਆਂ ਹੋਈਆਂ ਕੱਠ ਪੁਤਲੀਆਂ ਨੇ, ਚਾਹੇ ਉਹ ਸਰਨੇ ਹੋਣ, ਚਾਹੇ ਉਹ ਸਿਰਸੇ ਹੋਣ, ਚਾਹੇ ਉਹ ਜੀਕੇ ਹੋਣ ਤੇ ਚਾਹੇ ਉਹ ਬਾਦਲ ਕੇ ਹੋਣ। ਔਰ ਜਿਹੜੇ ਗੁਰੂ ਗ੍ਰੰਥ ਦੇ ਨਹੀਂ ਬਣੇ ਉਹ ਪੰਥ ਦੇ ਕਿਵੇਂ ਬਣ ਸਕਦੇ? 328 ਸਰੂਪ ਚੋਰੀ ਵੇਚ ਦਿੱਤੇ ਬਾਦਲ ਕਿਆਂ ਨੇ, ਸਿਰਸੇ ਦੀ ਜ਼ਬਾਨ ਬੰਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਚੇਲਾ ਰਾਮ ਦੀ ਬੇਸਮੈਂਟ ਚੋਂ ਨਿਕਲੇ, ਜਿੱਥੇ ਗੰਦਾ ਪਾਣੀ ਪਿਸ਼ਾਬ ਦਾ ਪੈਂਦਾ ਰਿਹਾ। ਉਹਦੇ ਲਈ ਉਹ ਜ਼ਿੰਮੇਵਾਰ ਨੇ। ਇਹੀ ਪਾਣੀ ਇਹਨਾਂ ਦੇ ਸਿਰ 'ਚ ਪਿਆ ਹੁੰਦਾ, ਕਿਸੇ ਨੇ ਪਾਇਆ ਹੁੰਦਾ, ਧਾਰਾ 307 ਲਵਾਉਣੀ ਸੀ ਇਹਨਾਂ ਨੇ। ਕੰਟੇਨਰਾਂ ਚੋਂ ਸਰੂਪ ਮਹਾਰਾਜ ਜੀ ਦੇ ਜੀਕੇ ਵੇਲੇ ਨਿਕਲੇ ਨੇ। ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਦੇ ਨਾਮ ਤੋਂ ਸਾਰਾ ਪੰਥ ਜਾਣੂ ਹੈ, ਭਾਈ ਬਲਦੇਵ ਸਿੰਘ ਵਡਾਲਾ ਪਿਛਲੇ ਲੰਮੇ ਸਮੇਂ ਤੋਂ ਇਸ ਕੋਸ਼ਿਸ਼ ਦੇ ਵਿੱਚ ਨੇ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਸੁਧਾਰ ਕੀਤਾ ਜਾਏ ਤੇ ਸ਼ਰੇਆਮ ਸਾਫ਼ ਸ਼ਬਦਾਂ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਇਹ ਗੱਲ ਕਹਿੰਦੇ ਨੇ ਕਿ ਗੁਰੂ ਧਾਮਾਂ ਦੇ ਉੱਪਰ ਨਰੈਣੂ ਵਰਗੇ ਮਹੰਤਾਂ ਦਾ ਕਬਜ਼ਾ ਹੋ ਚੁੱਕਿਆ ਹੈ, ਜਿਸ ਕਰਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਗੁਰਧਾਮ ਛਡਾਏ ਜਾਣ। ਆਖਰਕਾਰ ਕਿਸ ਢੰਗ ਦੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਆਪਣੀਆਂ ਸਰਗਰਮੀਆਂ ਅੱਗੇ ਤੋਰ ਰਹੇ ਨੇ, ਕਿਸ ਢੰਗ ਦੇ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇ, ਆਪਣੇ ਉਮੀਦਵਾਰ ਕਿੱਥੇ ਕਿੱਥੇ ਉਹਨਾਂ ਨੇ ਖੜੇ ਕੀਤੇ ਨੇ, ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਭਾਈ ਬਲਦੇਵ ਸਿੰਘ ਵਡਾਲਾ। ਵਡਾਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਲੰਮੇ ਸਮੇਂ ਤੋਂ ਤੁਸੀਂ ਕਹਿੰਦੇ ਹੋ ਸਿੱਖ ਸਦਭਾਵਨਾ ਦਲ ਦੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਹੋ ਕਿ ਗੁਰਧਾਮਾਂ ਦੇ ਉੱਪਰ ਮਹੰਤ ਕਾਬਜ ਨੇ। ਤੁਸੀਂ ਸਿੱਧਾ ਇਹਨਾਂ ਦੀ ਤੁਲਨਾ ਨਰੈਣੂ ਵਰਗੇ ਮਹੰਤਾਂ ਦੇ ਨਾਲ ਕਰਦੇ ਹੋ। ਤੁਹਾਡੀਆਂ ਕੋਸ਼ਿਸ਼ਾਂ ਹੁਣ ਤੱਕ ਕੋਈ ਰੰਗ ਨਹੀਂ ਲੈ ਕੇ ਆਈਆਂ। ਕੁਝ ਲੱਗਦਾ ਨਹੀਂ ਵੀ ਕੋਈ ਰੰਗ ਲਿਆਂਦਾ ਹੋਵੇ। ਹੁਣ ਤੁਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਹੋ, ਆਪਣੇ ਉਮੀਦਵਾਰ ਖੜੇ ਕੀਤੇ ਨੇ। ਲੱਗਦਾ ਹੈ ਕਿ ਹੁਣ ਕੋਈ ਤੁਹਾਨੂੰ ਕਾਮਯਾਬੀ ਪ੍ਰਾਪਤ ਹੋਏਗੀ? ਸਭ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਹੋਕੇ ਦੀ ਗੱਲ ਕਰਦਾ ਹੈ। ਜਦੋਂ ਵੀ ਇਤਿਹਾਸ ਨੂੰ 550 ਸਾਲ ਨੂੰ ਵਾਚਦੇ ਹਾਂ, ਗੁਰੂ ਸਾਹਿਬ ਜੀ ਦੇ ਤੁਲ ਗੱਦੀਆਂ ਲਾਉਣ ਦੀ ਗੱਲ, ਗੋਲ ਕਚੋਰਾਂ ਦੀ ਗੱਲ, ਸਿੱਖੀ ਸਿਧਾਂਤਾਂ ਦੇ ਕਤਲ ਦੀ ਗੱਲ ਚੱਲੀ ਆ। ਅਤੇ ਕਦੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਲਛਮਣ ਸਿੰਘ ਜੀ, ਸਾਕਾ ਨਨਕਾਣਾ ਸਾਹਿਬ ਜਦੋਂ ਤੁਰਦੇ ਨੇ ਅਰਦਾਸ ਕਰਕੇ ਤੇ ਰੰਗ ਆਪਣੇ ਆਪ ਦਿਸਦੇ ਆ। ਸਾਡਾ ਤੁਰਨਾ ਹੀ ਰੰਗ ਲਿਆਉਣ ਵਾਲੀ ਗੱਲ ਆ। ਔਰ ਇਹ ਰੰਗ ਲਿਆਉਣ ਵਾਲੀ ਗੱਲ 2016 22 ਮਾਰਚ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਦੇ ਹਜ਼ੂਰ ਅਰਦਾਸ ਕਰਕੇ ਇਹਦੀ ਆਰੰਭਤਾ ਕੀਤੀ ਗਈ। ਅਤੇ ਰੰਗ ਤੁਸੀਂ ਵੇਖ ਸਕਦੇ ਹੋ ਵੀ ਪਹਿਲਾਂ 2017 ਦੇ ਵਿੱਚ ਅਸੀਂ ਇਲੈਕਸ਼ਨ ਲੜੇ। ਸਿਲੈਕਸ਼ਨ ਵਾਲੇ ਲੋਕ ਹਾਂ ਇਲੈਕਸ਼ਨ 'ਚ ਫਸ ਗਏ ਹਾਂ ਔਰ ਇਹ ਲੜਨਾ ਸਾਡਾ ਸ਼ੌਕ ਨਹੀਂ ਮਜਬੂਰੀ ਹੈ। ਜਿਵੇਂ ਮਹਾਰਾਜ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਸੀ, ਉਹ ਰੰਗਿਆ। ਕਿਰਪਾਨ ਚੁੱਕਣਾ ਮੇਰਾ ਸ਼ੌਕ ਨਹੀਂ ਸੀ, ਪਰ ਤੇਰੀਆਂ ਗਲਤ ਹਰਕਤਾਂ ਨੇ ਮੈਨੂੰ ਮਜਬੂਰ ਕੀਤਾ। ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਮਜ਼ਲੂਮ ਲਈ ਪਹਿਰੇਦਾਰ ਹੋ ਕੇ ਖੜੇ ਹੋਣਾ। ਅਸੀਂ ਉਸ ਗੁਰੂ ਦੇ ਪੁੱਤਰ ਹਾਂ। ਅੱਜ ਸਿਲੈਕਸ਼ਨ ਵਾਲੇ ਲੋਕ ਇਲੈਕਸ਼ਨ 'ਚ ਫਸ ਗਏ ਹਾਂ। ਲੜਨਾ ਸਾਡੀ ਇੱਕ ਮਜਬੂਰੀ ਹੈ। ਕੋਈ ਸੰਗਤ ਦਾ ਸਵਾਲ ਹੁੰਦਾ ਹੈ, ਮਜਬੂਰੀਆਂ ਕੋਈ ਨਹੀਂ। ਇਹ ਤਾਂ ਸਾਰੀ ਕੁਰਸੀ ਦੀ ਲਾਲਸਾ ਹੈ ਵੀ ਕੁਰਸੀ ਦੀ ਲਾਲਸਾ ਕਰਕੇ ਸਾਰੇ ਲੀਡਰ ਜਿਹੜੇ ਅੱਗੇ ਆਉਂਦੇ ਨੇ। ਅਤੇ ਤੁਹਾਡੇ ਵਿਰੋਧੀ ਵੀ ਕਹਿੰਦੇ ਨੇ ਕਿ ਜਿਹੜੇ ਵਡਾਲਾ ਸਾਹਿਬ ਨੇ ਉਹ ਤਾਂ ਵੋਟਾਂ ਤੋੜਨ ਦੇ ਲਈ ਦਿੱਲੀ ਵਿੱਚ ਆਏ ਨੇ, ਕੋਈ ਜਿੱਤਣਾ ਨਹੀਂ ਉਹਨਾਂ ਨੇ। ਨਾਲ ਜਵਾਬ ਦਿੰਦਾ ਆ। ਲਾਲਸਾ ਉਹਨੂੰ ਕਾਹਦੀ ਹੋ ਸਕਦੀ ਹੈ ਜਿਹਨੂੰ ਗੁਰੂ ਰਾਮਦਾਸ ਜੀ ਦੇ ਘਰ ਦਾ ਦਰ ਮਿਲਿਆ ਹੋਵੇ।
ਉਹਨੂੰ ਲਾਲਸਾ ਕਾਹਦੀ ਹੋ ਸਕਦੀ ਹੈ ਜਿਹਨੂੰ ਬਿਨਾਂ ਮੰਗਣ ਤੋਂ ਸਿੱਖ ਸੰਗਤਾਂ ਕੀਰਤਨ ਨੂੰ ਪਿਆਰ ਕਰਕੇ ਭੇਟਾ ਦਿੰਦੀਆਂ ਹੋਣ। ਉਹਨੂੰ ਲਾਲਸਾ ਕਾਹਦੀ ਹੋ ਸਕਦੀ ਆ ਇੱਕ ਪ੍ਰਧਾਨ ਨੂੰ ਇੱਕ ਖਿੱਤੇ 'ਚ ਲੋਕ ਜਾਣਦੇ ਨੇ। ਵਰਲਡ ਤੇ ਪਿਆਰ ਕੀਰਤਨ ਨੂੰ ਕਰਨ ਵਾਲੇ ਜਿਹੜੇ ਅੱਜ ਕਰਦੇ ਆ, ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਵੀ ਵੱਧ ਸਾਡੀ ਜਿਹੜੀ ਸੀ ਇੱਜ਼ਤ ਮਾਣ ਸਿੱਖਾਂ ਨੇ ਸਾਨੂੰ ਦਿੱਤਾ ਹੋਇਆ। ਇੱਕ ਸਾਨੂੰ ਲਾਲਸਾ ਕੋਈ ਨਹੀਂ ਆ, ਇੱਕੋ ਹੀ ਲਾਲਸਾ ਆ ਕਿ ਸਿਆਸੀ ਲੋਕਾਂ ਦਾ ਸਫਾਇਆ ਕਰਨਾ ਹੈ, ਰਾਜਨੀਤੀ ਕੱਢ ਕੇ ਸਿੱਖ ਨੀਤੀ ਬਹਾਲ ਕਰਨੀ ਹੈ। ਇਸ ਲਈ ਇਲੈਕਸ਼ਨ ਲੜਨਾ ਇੱਕ ਸਾਡਾ ਚਾਅ ਨਹੀਂ ਸੀ, ਮਜਬੂਰੀ ਬਣ ਗਿਆ, ਕਿਉਂਕਿ ਉਹਦੇ ਵਿੱਚੋਂ ਨਿਕਲਣ ਵਾਸਤੇ ਇਹ ਹੀ ਰਾਹ ਸੀਗਾ। 16 ਦੇ ਵਿੱਚ ਉਹਦੀ ਸ਼ੁਰੂਆਤ ਕੀਤੀ, 17 'ਚ ਇਲੈਕਸ਼ਨ ਲੜੇ ਗਏ। ਕਰੀਬਨ ਮਹੀਨੇ ਕੁ ਦੀ ਤਿਆਰੀ ਸੀ। 28 ਬੰਦੇ ਉਸ ਵਕਤ ਅਸੀਂ ਖੜੇ ਕੀਤੇ ਔਰ ਉਹਨਾਂ 28 ਨੂੰ ਜੇ 33% ਟੋਟਲ ਵੋਟ ਪੈਂਦੀ ਹੈ ਅਤੇ 8.5% ਸਿੱਖਾਂ ਨੇ ਉਹਨਾਂ ਨੂੰ ਵੋਟਿੰਗ ਕੀਤੀ। 7 ਬੰਦੇ ਦੂਜੇ ਨੰਬਰ 'ਤੇ ਵੀ ਆਏ ਜੀ। ਉਹਦੇ ਵਿੱਚ ਵੇਖਣ ਨੂੰ ਲੱਗਿਆ ਕਿ ਹਾਂ ਅਸੀਂ ਸਿਆਸੀ ਲੋਕਾਂ ਨਾਲ ਇਕੱਲੇ ਸਿਰ ਲਾ ਕੇ ਲੜ ਸਕਦੇ ਹਾਂ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਨਕਸ਼ੇ ਕਦਮ ਚੱਲ ਕੇ, ਹੈ ਨਾ ਜੀ। ਹੁਣ ਅੱਜ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਅਤੇ ਵੇਖਣ ਨੂੰ ਕੁਝ ਸਾਹਮਣੇ ਨਹੀਂ ਮਿਲਿਆ, ਮੈਂ ਦੱਸ ਦਿੰਦਾ ਵੀ ਵੇਖਣ ਨੂੰ ਕੀ ਨਹੀਂ ਮਿਲਿਆ, ਮਿਲ ਰਿਹਾ ਹੈ। ਕਿਉਂਕਿ ਅਸੀਂ ਗੱਲ ਕੀਤੀ 10 ਰੁਪਈਆਂ 'ਚ ਬੱਚੇ ਪੜ੍ਹਾਵਾਂਗੇ ਅਤੇ ਸਿਰਸੇ ਵਰਗਿਆਂ ਦੀ ਮਜਬੂਰੀ ਬਣ ਗਈ, ਜਿਹੜੇ ਟੀਚਰਾਂ ਦੀਆਂ ਤਨਖਾਹਾਂ ਵੀ ਖਾ ਰਹੇ ਸੀ ਅਤੇ ਗੋਲ ਕਚੋਰਾਂ ਦੇ ਮੁਕੱਦਮੇ ਵੀ ਦਰਜ ਹੋ ਰਹੇ ਸੀਗੇ। ਇਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਸਿੱਖ ਬੱਚਿਆਂ ਦੀਆਂ 85% ਫੀਸਾਂ ਦਿਆਂਗੇ ਜੀ, ਉਹ ਕਰਾਂਗੇ। ਪਿਛਲੇ ਦਿਨੀ ਬਿਆਨ ਆਉਣੇ ਸ਼ੁਰੂ ਹੋਏ। ਉੱਧਰ ਬਾਦਲ 91 ਦੇਣੇ ਪਏ। ਫਿਰ ਅਸੀਂ ਕਿਹਾ ਸੀਗਾ ਕਿ ਸਿੱਖ ਬੱਚਿਆਂ ਦੀ ਮੈਡੀਕਲ ਦਾ ਖਿਆਲ ਰੱਖਾਂਗੇ। ਇਹਨਾਂ ਨੇ ਢੋਂਗ ਕੀਤਾ, ਉਹ ਇੱਕ ਸਟੰਟ ਸੀ ਭਾਵੇਂ, ਪਰ ਇਹਨਾਂ ਨੂੰ ਕਰਨਾ ਪਿਆ। ਅਸੀਂ ਕਿਹਾ ਜੀ ਅਸੀਂ ਗੁਰਸਿੱਖ ਬੰਦੇ ਹੀ ਚੋਣਾਂ 'ਚ ਲੜਾਵਾਂਗੇ। ਇਹਨਾਂ ਨੇ ਦਾੜ੍ਹੀਆਂ ਰੰਗਣੀਆਂ ਛੱਡੀਆਂ, ਇਹਨਾਂ ਨੂੰ ਖੋਲ੍ਹਣੀਆਂ ਵੀ ਪਈਆਂ, ਇਹਨਾਂ ਨੂੰ ਕਿਰਪਾਨਾਂ ਪਾਉਣੀਆਂ ਪਈਆਂ, ਇਹਨਾਂ ਨੂੰ ਪਖੰਡ ਸਿੱਖੀ ਨੂੰ ਜਿਹਨੂੰ ਪਖੰਡ ਦੱਸਦੇ ਸੀ, ਅੱਜ ਉਹ ਪਖੰਡ ਕਰਨੇ ਪੈ ਰਹੇ ਨੇ। ਮਜਬੂਰੀ ਵਸ ਵੀ ਸਿੱਖਾਂ ਨੇ ਘਰੇ ਨਹੀਂ ਵੜਨ ਦੇਣਾ। ਔਰ ਇਹ ਵੀ ਗੱਲ ਸਿੱਖ ਸਦਭਾਵਨਾ ਦਲ ਵੱਲੋਂ ਕਹੀ ਗਈ ਕਿ ਸਿਆਸੀ ਲੋਕ ਗੁਰਦੁਆਰੇ ਦੀ ਚੋਣ ਨਹੀਂ ਲੜ ਸਕਦੇ, ਇਹ ਫਰੌਡੀਆਂ ਨੇ। ਹੁਣ ਉੱਥੇ ਜਿਹੜੇ ਦਿੱਤੇ ਹੋਏ ਨੇ ਰਜਿਸਟਰਡ ਪਾਰਟੀਆਂ ਕਰਕੇ ਸਰਟੀਫਿਕੇਟ, ਉਹ ਧਾਰਮਿਕ ਬਣਾ ਕੇ ਦਿੱਤੇ ਨੇ। ਆਉਣ ਵਾਲੇ ਦਿਨਾਂ 'ਚੋਂ ਵੀ ਪਤਾ ਲੱਗ ਜਾਣਾ ਕਿ ਜਦੋਂ ਮੈਂ ਡਾਕਟਰ ਹੀ ਨਹੀਂ ਹਾਂ ਅਤੇ ਡਾਕਟਰੀ ਦਾ ਸਰਟੀਫਿਕੇਟ ਕਿਵੇਂ ਲੈ ਕੇ ਦੇ ਦਿੱਤਾ। ਚਲੋ ਮੰਨਿਆ ਵੀ ਤੁਹਾਡੇ ਕਹਿਣ ਨਾਲ, ਜਿਵੇਂ ਤੁਸੀਂ ਕਹਿੰਦੇ ਹੋ, ਤੁਹਾਡੀ ਗੱਲ ਮੰਨ ਲੈਂਦੇ, ਵੱਡੀ ਕਰਦੇ ਹਾਂ ਕਿ ਇਹਨਾਂ ਨੂੰ ਮਜਬੂਰ ਹੋਣਾ ਪਿਆ। ਗੁਰਸਿੱਖ ਬੰਦੇ ਜਿਹੜੇ ਸਾਬਤ ਸੂਰਤ ਸੀਗੇ ਜਾਂ ਅੰਮ੍ਰਿਤਧਾਰੀ ਸੀ, ਜਿਵੇਂ ਤੁਸੀਂ ਕਹਿ ਰਹੇ ਹੋ, ਉਹਨਾਂ ਨੂੰ ਸਾਹਮਣੇ ਲਿਆਉਣਾ ਪਿਆ। ਚੰਗੇ ਬੰਦਿਆਂ ਨੂੰ ਇਹ ਲੈ ਕੇ ਆ ਰਹੇ ਨੇ। ਹਾਲਾਂਕਿ ਦੋਸ਼ ਲੱਗ ਰਹੇ ਨੇ, ਇਲਜ਼ਾਮ ਲੱਗ ਰਹੇ ਨੇ ਕਿ ਕਈ ਉਹ ਬੰਦੇ ਵੀ ਖੜੇ ਕੀਤੇ ਨੇ ਜਿਨ੍ਹਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਨੇ। ਪਰ ਤੁਸੀਂ 46 ਸੀਟਾਂ ਦੀ ਆਪਾਂ ਗੱਲ ਕਰੀਏ, ਦਿੱਲੀ ਦੇ ਵਿੱਚ 46 ਸੀਟਾਂ ਨੇ ਟੋਟਲ, ਪਰ ਉਹਨਾਂ ਦੇ ਵਿੱਚੋਂ ਤੁਸੀਂ ਮੇਰੇ ਖਿਆਲ 26 ਜਾਂ 27 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਫਿਰ ਵੀ ਜੇ ਤੁਹਾਡੀ ਮਜਬੂਰੀ ਵੀ ਬਣੀ ਅਤੇ ਮਜਬੂਰੀ ਦਾ ਫਾਇਦਾ ਤਾਂ ਫਿਰ ਵੀ ਉਹ ਉਠਾ ਸਕਦੇ ਨੇ, ਕਿਉਂਕਿ 26 ਜਾਂ 27 ਸੀਟਾਂ ਸਾਰੀਆਂ ਵੀ ਜੇ ਤੁਸੀਂ ਪ੍ਰਾਪਤ ਕਰ ਜਾਂਦੇ ਹੋ ਤਾਂ ਵੀ ਤੁਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਤੇ ਕਾਬਜ਼ ਨਹੀਂ ਹੋ ਸਕਦੇ। ਕੀ ਤੁਹਾਨੂੰ ਉਮੀਦਵਾਰ ਨਹੀਂ ਲੱਭੇ? ਕੀ ਕਾਰਨ ਰਿਹਾ ਕਿ ਇੰਨੀਆਂ ਘੱਟ ਸੀਟਾਂ 'ਤੇ ਤੁਸੀਂ ਉਮੀਦਵਾਰ ਖੜੇ ਕੀਤੇ? ਨਹੀਂ, ਅਸੀਂ ਕਬਜ਼ਾ ਨਹੀਂ ਕਰਨਾ, ਅਸੀਂ ਤਾਂ ਕਬਜ਼ਾ ਤੋੜਨ ਆਏ ਹਾਂ ਨਰਿਆਣੂ ਮਹੰਤਾਂ ਦਾ। ਅਤੇ ਦੂਸਰੀ ਗੱਲ ਆ ਕਿ ਜਿਹੜੇ ਸਾਡੇ ਕਰੀਬਨ 39 ਬੰਦੇ ਸੀ ਸਾਡੇ, ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਅਸਰ ਸੂਕ, ਇਹਨਾਂ ਦੀ ਮਿਲੀ ਭੁਗਤ ਨੇ। ਕਿਸੇ ਦੇ ਕਾਗਜ਼ ਰੱਦ ਕਰਵਾਏ ਆ, ਕਿਸੇ ਦੀਆਂ ਵੋਟਾਂ ਕਟਵਾਈਆਂ ਨੇ, ਕਿਉਂਕਿ ਸਰਕਾਰੀ ਤੰਤਰ ਇਹਨਾਂ ਦਾ ਹੀ ਚੱਲਦਾ। ਕਿਤੇ ਨਾ ਕਿਤੇ ਇਹਨਾਂ ਦੀ ਉਹ ਗੱਲ ਜਿਹੜੀ ਸੀ ਉਹ ਹੈਗੀ ਆ। ਔਰ ਉਹਦੇ ਵਿੱਚ ਸਾਨੂੰ ਕਾਫੀ ਪਰੇਸ਼ਾਨੀਆਂ ਵੀ ਆਈਆਂ, ਧਮਕੀਆਂ ਵੀ ਦੇਣੀਆਂ, ਬੰਦੇ ਵੀ ਖਰੀਦੇ, ਪ੍ਰੈਸ਼ਰ ਪਾਏ, ਕਈ ਕੁਛ ਕੀਤਾ। ਉਹਦੇ ਬਾਵਜੂਦ ਵੀ ਅਸੀਂ 27 ਨੂੰ ਕੱਢਣ 'ਚ ਕਾਮਯਾਬ ਹੋਏ ਹਾਂ। ਅਤੇ ਗੁਰੂ ਕਿਰਪਾ ਕਰੇ। ਅਤੇ ਕਹਿੰਦੇ ਹੁੰਦੇ ਨਾ, ਅਰਥੀ ਨੂੰ ਮੋਢਾ ਦੇਣ ਵਾਲੇ ਤਾਂ 4 ਹੀ ਬਹੁਤ ਹੁੰਦੇ ਨੇ। ਮਤਲਬ ਤੁਹਾਡੇ ਕਹਿਣ ਦਾ ਤੁਹਾਡੇ 27 ਬੰਦੇ ਹੀ, ਜਿੰਨੇ ਇੱਥੋਂ ਦੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਹਿਲਾ ਕੇ ਰੱਖਿਆ ਹੋਇਆ ਤੁਹਾਡੇ 27 ਬੰਦਿਆਂ ਨੇ। ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਵਡਾਲਾ ਸਾਹਿਬ ਪਿਛਲੀ ਵਾਰੀ ਵੀ ਆਏ ਸੀ, ਸਾਰੇ ਉਤਲ ਪੁਤਲ ਕਰ ਗਏ, ਪਤਾ ਹੀ ਨਹੀਂ ਲੱਗਾ ਕੌਣ ਕਿੰਨੇ ਜਿੱਤਣਾ ਸੀ ਅਤੇ ਕੌਣ ਜਿੱਤ ਗਿਆ। ਅਤੇ ਆਪ ਜਿੱਤਦੇ ਨਹੀਂ ਹੈ, ਬਸ ਇਹ ਕਿਸੇ ਦੇ ਇਸ਼ਾਰੇ 'ਤੇ ਆਉਂਦੇ ਆ ਅਤੇ ਇਸ਼ਾਰੇ 'ਤੇ ਆ ਕੇ ਆਪਣੇ ਬੰਦੇ ਖੜੇ ਕਰਦੇ ਆ ਅਤੇ ਵੋਟ ਤੋੜ ਕੇ ਚਲੇ ਜਾਂਦੇ ਆ। ਨਾ ਇਹਨਾਂ ਨੇ ਕੋਈ ਬੰਦਾ ਇਹਨਾਂ ਦਾ ਜਿੱਤਣਾ, ਨਾ ਇਹਨਾਂ ਨੂੰ ਕੁਝ ਮਿਲਣਾ, ਬਸ ਇਹ ਕਿਸੇ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਆ। ਉਹਨਾਂ ਨੂੰ ਇਹ ਪੁੱਛਿਓ ਕਿ ਆ ਕੇ ਚਲੇ ਗਏ, ਜੇ ਮੈਂ ਆ ਕੇ ਚਲਿਆ ਗਿਆ ਅਤੇ ਤੁਹਾਡੇ ਸੁਪਨਿਆਂ 'ਚ ਮੈਂ ਕਿਉਂ ਆਈ ਜਾਂਦਾ ਤੁਹਾਨੂੰ? ਮੈਂ ਗਿਆ ਨਹੀਂ, ਇੱਥੇ ਹੀ ਹਾਂ। ਪਿਛਲੇ 4 ਸਾਲ ਤੋਂ ਦਫ਼ਤਰ ਵੀ ਇੱਥੇ ਆ। ਤਾਲਕਟੇ ਦੇ ਵਿੱਚ RSS ਦਾ ਸਮਾਗਮ GK ਅਤੇ ਸਿਰਸੇ ਨੇ ਕਰਾਇਆ ਸੀ, ਉਹਦਾ ਵਿਰੋਧ ਵੀ ਅਸੀਂ ਕਰਨ ਵੇਲੇ ਇੱਥੇ ਸੀਗੇ। ਗੁਰਦੁਆਰਾ ਡਾਂਗਮਾਰ ਸਾਹਿਬ ਲਈ ਇੱਥੇ ਆ। ਜਿੰਨੀਆਂ ਘਟਨਾਵਾਂ ਦਿੱਲੀ 'ਚ ਛੋਟੀਆਂ ਮੋਟੀਆਂ ਵਾਪਰੀਆਂ,
ਉਹਨਾਂ ਸਾਰੀਆਂ ਦੇ ਵਿੱਚ ਅਸੀਂ ਹੈਗੇ ਸੀਗੇ। ਫਿਰ ਪਿਛਲੇ 6 ਮਹੀਨੇ ਹੋ ਗਏ ਕਰੀਬਨ 528 ਸਾਲ ਤੋਂ ਇਹ ਜਿਹੜੇ ਇਹਨਾਂ ਕੇ ਜੇ ਪਿਓ ਦੇ ਪੁੱਤੋਂ ਤੇ ਫਿਰ ਮੇਰੇ ਨਾਲ ਲਾਈਵ ਬੈਠੋ, ਮੇਰੇ ਨਾਲ ਮਹੀਨਾ ਰਹੋ, ਮਹੀਨਾ ਨਹੀਂ ਰਹਿ ਸਕਦੇ, ਹਫਤਾ ਮੇਰੇ ਨਾਲ ਸੌਂ, ਮੇਰੇ ਨਾਲ ਖਾਓ, ਮੇਰੇ ਨਾਲ ਪੀਓ, ਮੇਰੇ ਨਾਲ ਮੇਰੇ ਮੋਬਾਈਲ ਵੀ ਸੁਣੋ, ਜੋ ਦੇਖੋਗੇ ਤੇ ਸੁਣੋਗੇ ਉਹੀ ਬਿਆਨ ਕਰਿਓ। ਜੇ ਵਾਕਈ ਆਪਣੇ ਆਪਾਂ ਹੈਗੇ ਆ ਵੀ ਸਮਝਦੇ ਆ। ਤੇ ਦੂਸ਼ਣਬਾਜ਼ੀ ਕਰਨਾ ਸਿਆਸੀ ਲੋਕਾਂ ਦਾ ਅਕਸਰ ਕੰਮ ਹੁੰਦਾ ਹੈ, ਉਹ ਕਰ ਰਹੇ ਨੇ। ਦੂਸ਼ਣਬਾਜ਼ੀ ਇਹ ਵੀ ਹੁੰਦੀ ਹੈ ਕਿ ਫੰਡਿੰਗ ਕਿੱਥੋਂ ਹੋ ਰਹੀ ਹੈ, ਵੀ ਬਾਕੀਆਂ ਦੇ ਤਾਂ ਕੰਮ ਚੱਲਦੇ ਆ, ਬਿਜ਼ਨਸ ਹੈ ਕੋਈ ਨਾ ਕੋਈ, ਤੁਸੀਂ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਹੋ, ਵੱਡੇ ਖਰਚੇ ਹੁੰਦੇ ਨੇ ਇਸ ਵਾਰ, ਚਾਹੇ ਲੁਕਵੇਂ ਢੰਗ ਦੇ ਨਾਲ ਹੋਣ। ਹੁਣ ਜਿਹੜੀ ਚਰਚਾ ਤੇ ਇੱਥੋਂ ਤੱਕ ਚੱਲ ਰਹੀ ਹੈ ਸੰਗਤ ਦੇ ਵਿੱਚ ਕਿ ਦਿੱਲੀ ਦੇ ਵਿੱਚ ਇਸ ਵਾਰ ਇਲੈਕਸ਼ਨ ਦੇ ਵਿੱਚ ਬਹੁਤ ਪੈਸਾ ਵੰਡਿਆ ਜਾ ਰਿਹਾ ਹੈ ਜੀ। ਤੁਸੀਂ ਕਿੱਥੋਂ ਇੰਨਾ ਖਰਚਾ ਕਰ ਰਹੇ ਹੋ, ਤੁਹਾਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ, ਇਹ ਵੀ ਸਵਾਲ ਉੱਠ ਰਹੇ ਨੇ। ਉਹਨਾਂ ਨੂੰ ਕਹੋ ਵੀ ਤੁਸੀਂ ਮੇਰੇ ਨਾਲ ਆਓ, ਉਹ ਕਾਰ ਸੇਵਾ ਵਾਲੇ ਬਾਬੇ ਬਣਾਉਂਦੇ ਗੁਰਦੁਆਰੇ, ਉਹਨਾਂ ਨੂੰ ਪੁੱਛੋ ਵੀ ਪੈਸੇ ਕਿੱਥੋਂ ਆਉਂਦੇ, ਉਹ ਕਹਿੰਦੇ ਉਹ ਟੋਕਰੀ ਪਈ ਆ। ਅਸੀਂ ਕੀਰਤਨ ਕਰਨ ਵਾਲੇ ਆ ਭਾਈ, ਜਿੱਥੇ ਵਾਜਾ ਖੋਲ ਕੇ ਬੈਠਦੇ ਆ ਨਾ, ਸਾਨੂੰ ਉੱਥੇ ਸੰਗਤ ਸ਼ਰੇਆਮ ਸਾਹਮਣੇ ਪੈਸੇ ਦੇ ਰਹੀ ਆ, ਤੁਹਾਡੇ ਵਾਂਗੂ ਬਲੈਕ ਮਨੀ ਨਹੀਂ। ਔਰ ਦੂਜੀ ਗੱਲ, ਖਰਚਾ ਇਹਨਾਂ ਲੋਕਾਂ ਨੇ ਤਾਂ ਕਰਨਾ, ਇਹਨਾਂ ਬੰਦੇ ਖਰੀਦਣੇ ਆ, ਇਹਨਾਂ ਨਸ਼ੇ ਵੰਡਣੇ ਆ, ਇਹਨਾਂ ਨੇ ਬਾਲਟੀਆਂ ਵੰਡਣੀਆਂ ਨੇ, ਇਹਨਾਂ ਨੇ ਉੱਥੇ ਕੰਬਲ ਵੰਡਣੇ ਨੇ, ਮਸ਼ੀਨਾਂ ਵੰਡਣੀਆਂ ਨੇ। ਅਸੀਂ ਤਾਂ ਇਹ ਕੁੱਤੇ ਕੰਮ ਨਹੀਂ ਕਰਦੇ, ਕਿਉਂਕਿ ਗੁਰਦੁਆਰਾ ਸਾਹਿਬ ਦੀ ਚੋਣ ਆ। ਅਸੀਂ ਤਾਂ ਸੰਗਤਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਵੀ ਵੋਟ ਵੀ ਪਾਓ ਤੇ ਸਾਡੀ ਟੋਕਰੀ 'ਚ ਪੈਸੇ ਵੀ ਵਡਾਲਾ ਸਾਹਿਬ, ਇਹ ਦੱਸੋ, ਤੁਸੀਂ ਵਿਚਰ ਰਹੇ ਹੋ ਇੱਥੇ, ਕੰਪੇਨ ਕਰ ਰਹੇ ਹੋ ਆਪਣੀ, ਵੈਸੇ ਇਹ ਸੱਚਾਈ ਹੈ ਵੀ ਵਾਕਈ ਇਹ ਵੰਡਿਆ ਜਾਂਦਾ ਸਾਰਾ ਕੁਝ? ਬਿਲਕੁਲ ਜੀ, ਵੰਡਿਆ ਜਾਂਦਾ ਹੈ। ਪਿਛਲੇ ਦਿਨੀ ਇੱਕ ਬਾਦਲਾਂ ਦੇ ਬੰਦੇ ਤੇ ਸਿਰਸਿਆਂ ਦੇ ਤੇ ਪਰਚਾ ਵੀ ਹੋਇਆ ਵਾ ਵੀ ਉਹ ਸ਼ਰਾਬ ਵੰਡਦਾ ਫੜਿਆ ਗਿਆ। ਇੱਕ ਦੀ ਉੱਥੇ ਵੀਡੀਓ ਵਾਇਰਲ ਹੋਈ ਜੋ ਉਹਦਾ ਉਹ ਜਿਹੜਾ ਹੈਗਾ ਸੀ ਉਹ ਟੈਂਪੂ ਟਰੈਵਲ ਜਿਹਾ, ਉਹ ਬਾਲਟੀਆਂ ਨਾਲ ਭਰੀ ਫਿਰਦਾ ਜੀ ਉੱਥੇ। ਉਹ ਇੰਨੀਆਂ ਬਾਲਟੀਆਂ ਕਿੱਥੇ ਲੈ ਕੇ ਜਾ ਰਿਹਾ ਸੀਗਾ ਉਹ। ਹੋਰ ਇਹਨਾਂ ਦੀਆਂ ਕਈ ਘਟਨਾਵਾਂ ਇਹਨਾਂ ਦਿਨਾਂ 'ਚ ਸਾਹਮਣੇ ਆਈਆਂ ਨੇ। ਇਹ ਸਭ ਕੁਛ ਕਰਦੇ ਨੇ। ਔਰ ਇਹ ਵੀ ਇੱਥੋਂ ਤੱਕ ਸੁਣਿਆ ਹੈ ਕਿ ਇਹ ਪੋਥੀਆਂ ਵੀ ਲੈ ਕੇ ਜਾਂਦੇ ਆ, ਹੱਥ ਰੱਖਦੇ ਨੇ, ਸਹੁੰ ਖਵਾਉਂਦੇ ਨੇ, ਪੈਸੇ ਵੰਡਦੇ ਨੇ। ਇਹ ਕਿਹੜੀ ਗੁਰੂ ਘਰ ਦੀ ਸੱਚੀ ਸੁੱਚੀ ਸੇਵਾ ਦੀ ਗੱਲ ਕਰਦੇ ਨੇ? ਇਸ ਲਈ ਪੈਸੇ ਵੰਡਣ ਦੀ ਤੇ ਮਹਿੰਗੀ ਇਲੈਕਸ਼ਨ ਬਣਾਉਣਾ ਇਹਨਾਂ ਦਾ ਕੰਮ ਹੈ। ਇਹਨਾਂ ਨੇ ਗੁਰਦੁਆਰੇ ਦੀ ਇਲੈਕਸ਼ਨ ਨੂੰ ਰਾਜਨੀਤਿਕ ਤੇ ਇੱਕ ਉਹਦਾ ਵਪਾਰੀਕਰਨ ਕਰ ਦਿੱਤਾ ਵਾ ਕਿ 6 ਲੱਖ ਲਾਓ, 10 ਲੱਖ ਲਾਓ ਤੇ ਮੁੜ ਕੇ ਕਰੋੜ ਕਮਾਓ। ਕਿਵੇਂ ਕਮਾਉਂਦੇ ਨੇ ਇਹ ਵੀ ਪਤਾ ਲੱਗਿਆ। ਚਲੋ ਬਾਕੀ ਜਿਹੜੇ ਲੀਡਰ ਨੇ ਉਹਨਾਂ ਨੂੰ ਤਾਂ ਮੰਨਿਆ ਕਿ ਉਹ ਰਾਜਨੀਤਿਕ ਨੇ, ਪੂਰੀ ਤਰ੍ਹਾਂ ਉਹ ਰਾਜਨੀਤੀ ਕਰ ਰਹੇ ਨੇ। ਤੁਹਾਡੀ ਗੱਲ ਕਰੀਏ, ਤੁਸੀਂ ਗੁਰੂ ਘਰ ਦੇ ਕੀਰਤਨੀ ਰਹੇ ਹੋ। ਜੇਕਰ ਗਿਆਨੀ ਰਣਜੀਤ ਸਿੰਘ ਹੁਣਾਂ ਦੀ ਗੱਲ ਕਰੀਏ, ਜੋ ਸਾਬਕਾ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹ ਵੀ, ਉਹਨਾਂ ਨੂੰ ਵੀ ਮੰਨਿਆ ਜਾਂਦਾ ਪੰਥ ਦੇ ਵਿੱਚ ਉਹ ਪੰਥ ਪ੍ਰਸਤ ਨੇ, ਪੰਥ ਦਰਦੀ ਨੇ। ਫਿਰ ਦੋ ਪੰਥ ਦਰਦੀ ਆਪਸ ਦੇ ਵਿੱਚ ਕਿਉਂ ਨਹੀਂ ਇਕੱਠੇ ਹੋ ਸਕੇ? ਇਹ ਤਾਂ ਮੈਂ ਅੱਜ ਵੀ ਕਹਿ ਰਿਹਾ ਤੇ ਪਿਛਲੀ ਵਾਰੀ ਵੀ ਕਿਹਾ ਸੀ ਸਿੰਘ ਸਾਹਿਬ ਜੀ ਨੂੰ ਵੀ ਜਿੱਥੋਂ ਤੱਕ ਇਕੱਠੇ ਤਾਂ ਉਹਨੂੰ ਕਰੋ ਜਿਹੜਾ ਅਲੱਗ ਹੋਵੇ, ਜਿਹੜਾ ਵੱਖ ਹੈ ਹੀ ਨਹੀਂ ਉਹਨੂੰ ਇਕੱਠਾ ਕੀ ਕਰੋਗੇ? ਤੁਸੀਂ ਤਾਂ ਮੈਨੂੰ ਕਹਿ ਰਹੇ ਹੋ ਵੀ 10 ਸੀਟਾਂ ਲੜ ਲਓ ਜੀ, 10 ਸਾਨੂੰ ਛੱਡ ਦਿਓ ਜੀ, 20 ਤੁਸੀਂ ਲੜ ਲਓ ਜੀ, 20 ਸਾਨੂੰ ਛੱਡ ਦਿਓ ਜੀ। ਮੈਂ ਕਹਿੰਦਾ ਗੁਰਮਤ ਅਨੁਸਾਰ ਬੈਠੋ, ਗੁਰਮਤ ਅਨੁਸਾਰ ਤੁਸੀਂ ਉਹਦੀ, ਜਿਹੜੇ ਸਾਡੇ ਵਡਪੁਰਖੇ ਕਰਦੇ ਰਹੇ ਆ ਉਵੇਂ ਸਾਰੇ ਬੰਦਿਆਂ ਦੀ ਸਿਲੈਕਸ਼ਨ ਕਰ ਲਓ। ਮੈਂ 46 ਛੱਡੀਆਂ ਤੁਹਾਨੂੰ, ਪ੍ਰਚਾਰ ਕਰੂੰਗਾ ਤੁਹਾਡੇ ਮਗਰ ਜਾ ਜਾ ਕੇ। ਪਰ ਕਿਤੇ ਤਾਂ ਆਪਾਂ ਬੈਠੀਏ ਨਾ, ਇਹ ਇਲੈਕਸ਼ਨ ਸਿਆਸੀ ਨਹੀਂ ਆ, ਧਾਰਮਿਕ ਆ। ਤੇ ਉਹਨਾਂ ਬੰਦਿਆਂ ਨਾਲ ਮੈਂ ਤਾਂ ਨਹੀਂ ਬਹਿ ਸਕਦਾ ਜਿਹੜੇ ਬੰਦੇ ਸਿੱਖ ਕਾਤਲਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਰੱਖਦੇ ਹੋਣ, ਤੇ ਉਹਨਾਂ ਨਾਲ ਆਪਾਂ ਮਿਲ ਕੇ ਉਹ ਕਰੀਏ ਤੇ ਫਿਰ ਉਹਨਾਂ ਸਾਡਿਆਂ 'ਚ ਫਰਕ ਕੋਈ ਨਹੀਂ ਰਹਿ ਜਾਂਦਾ। ਤੁਸੀਂ ਸਰਨੇ ਭਰਾਵਾਂ ਦੇ ਉੱਪਰ ਨਿਸ਼ਾਨਾ ਸਾਧ ਰਹੇ ਹੋ, ਕਿਉਂਕਿ ਸਰਨੇ ਭਰਾਵਾਂ ਦੇ ਉੱਪਰ ਲੱਗਦਾ ਹੈ ਕਿ ਉਹ ਕਾਂਗਰਸ ਦੇ ਨਾਲ ਨੇ ਤੇ ਗਿਆਨੀ ਰਣਜੀਤ ਸਿੰਘ ਹੁਣੀ ਹੁਣ ਸਰਨੇ ਭਰਾਵਾਂ ਦੇ ਨਾਲ ਨੇ। ਹੁਣ ਇਹ ਦੱਸੋ ਬਈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇੰਨੀਆਂ ਸੀਟਾਂ ਜਿੱਤ ਵੀ ਜਾਂਦੇ ਹੋ, ਜਿੰਨੀਆਂ ਸੀਟਾਂ ਤੇ ਤੁਸੀਂ ਆਪਣੇ ਉਮੀਦਵਾਰ ਖੜੇ ਕੀਤੇ ਨੇ, ਸੁਭਾਵਕ ਹੈ ਸਾਰੀਆਂ ਸੀਟਾਂ ਤਾਂ ਮਿਲਣਗੀਆਂ ਨਹੀਂ, ਕੁਝ ਮਿਲ ਸਕਦੀਆਂ। ਜੇਕਰ ਤੁਹਾਨੂੰ ਕਿਸੇ ਨਾਲ ਗੱਠਜੋੜ ਕਰਨਾ ਪੈਂਦਾ ਜਿੱਤ ਤੋਂ ਬਾਅਦ ਵੀ, ਫਿਰ ਕਿਸ ਨਾਲ ਕਰੋਗੇ? ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਉਹ ਕਾਤਲਾਂ ਦੇ ਨਾਲ ਉਹਨਾਂ ਦੀ ਸਾਂਝ, ਉਹਨਾਂ ਨਾਲ ਤੁਸੀਂ ਜਾ ਨਹੀਂ ਸਕਦੇ। ਮਨਜੀਤ ਸਿੰਘ ਜੀਕੇ ਦੀ ਗੱਲ ਕਰੀਏ, ਉਹਨਾਂ 'ਤੇ ਕਰਪਸ਼ਨ ਦੇ ਦੋਸ਼ ਲੱਗੇ ਹੋਏ ਨੇ, ਇਲਜ਼ਾਮ ਨੇ। ਮਨਜਿੰਦਰ ਸਿੰਘ ਸਿਰਸਾ ਦੇ ਉੱਪਰ ਵੀ ਐਸੇ ਇਲਜ਼ਾਮ ਨੇ। ਫਿਰ ਤੁਹਾਨੂੰ ਕਿਸੇ ਨਾ ਕਿਸੇ ਨਾਲ ਤਾਂ ਮਿਲਣਾ ਪਏਗਾ। ਵੇਖੋ ਜੀ, ਗੁਰੂ ਪੰਥ ਨੇ ਉੱਥੇ ਜਿੱਥੇ ਅਸੀਂ ਲੜ ਰਹੇ ਨਾ, ਮੇਰੇ ਖਿਆਲ ਉੱਥੇ ਆਜ਼ਾਦ ਬੰਦੇ ਗੁਰਸਿੱਖ ਵੀਰ ਬਹੁਤ ਸਾਰੇ ਲੜ ਰਹੇ। ਅਸੀਂ ਜਿਹੜੇ ਤੁਹਾਡੇ ਵਰਗੇ, ਕੋਈ ਸੁਖਮਨੀ ਸੁਸਾਇਟੀ ਵੱਲੋਂ ਖੜਾ ਹੈ ਜੀ, ਕੋਈ ਭਾਈ ਸੇਵਾ ਕਨ੍ਹਈਆ ਦਲ ਵੱਲੋਂ ਖੜਾ ਹੈ ਜੀ, ਕੋਈ ਖਾਲਸਾ ਦਲ ਵੱਲੋਂ ਖੜਾ ਹੈ ਜੀ, ਅਸੀਂ ਉਹਨਾਂ ਪੰਥ ਪ੍ਰਸਤਾਂ ਵਿੱਚੋਂ ਤਾਂ ਲੈ ਸਕਦੇ ਹਾਂ,
ਪਰ ਸਿਆਸੀ ਲੋਕਾਂ ਵੱਲੋਂ ਬਣਾਏ ਹੋਏ ਧਾਰਮਿਕ ਵਿੰਗ ਨਾਲ ਅਸੀਂ ਬਿਲਕੁਲ ਨਹੀਂ ਖੜ ਸਕਦੇ। ਵਡਾਲਾ ਸਾਹਿਬ, ਜੇਕਰ ਗੱਲ ਕਰੀਏ ਆਪਾਂ ਤਿੰਨੇ ਮੁੱਖ ਪਾਰਟੀਆਂ ਦੀ, ਚਾਹੇ ਉਹ ਸਰਨਾ ਭਰਾਵਾਂ ਦੀ ਗੱਲ ਹੋਵੇ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੇ, ਤੀਜੇ ਹੋ ਗਏ ਜਾਗੋ ਪਾਰਟੀ, ਤੁਸੀਂ ਕੀ ਮੰਨਦੇ ਹੋ ਕਿ ਸਭ ਤੋਂ ਵੱਡਾ ਨੁਕਸਾਨ ਕਿੰਨਾ ਦੇ ਸਮੇਂ ਦਿੱਲੀ ਕਮੇਟੀ ਦਾ ਹੋਇਆ ਹੈ? ਕਿਉਂਕਿ ਇਹ ਤਾਂ ਗੱਲ ਪੱਕੀ ਹੈ ਕਿ ਨੁਕਸਾਨ ਹੋਇਆ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸ਼ਾਖ ਪਿਛਲੇ ਸਮੇਂ ਦੌਰਾਨ ਬਹੁਤ ਹੇਠਾਂ ਡਿੱਗੀ ਹੈ। ਭਾਵੇਂ ਕਿ ਮਨਜਿੰਦਰ ਸਿੰਘ ਸਿਰਸਾ ਹੁਣ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਲੰਗਰਾਂ ਦੀ, ਉਹਨਾਂ ਨੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਨੂੰ ਛੁਡਵਾਇਆ ਹੈ, ਜਿਸ ਕਰਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸ਼ਾਖ ਉੱਪਰ ਆਈ ਹੈ। ਪਰ ਕਿਤੇ ਨਾ ਕਿਤੇ ਜਦੋਂ ਕਰਪਸ਼ਨ ਦੇ ਇੱਕ ਦੂਜੇ ਤੇ ਆਰੋਪ ਲਾਏ ਨੇ ਤੇ ਸੰਗਤ ਦੇ ਵਿੱਚ ਉਸ ਦਾ ਪ੍ਰਭਾਵ ਬਹੁਤ ਘਟਿਆ ਗਿਆ ਹੈ ਤੇ ਸੰਗਤ ਇਹ ਸੋਚਦੀ ਹੈ ਕਿ ਜਿਹੜਾ ਵੀ ਆਵੇ ਗੁਰਧਾਮਾਂ ਦੇ ਵਿੱਚ ਉਹ ਗੋਲਕਾਂ ਲੁੱਟਣ ਲਈ ਆਉਂਦਾ ਹੈ। ਤੁਹਾਨੂੰ ਕੀ ਲੱਗਦਾ ਕਿਸ ਨੇ ਸਭ ਤੋਂ ਵੱਡਾ ਨੁਕਸਾਨ ਕੀਤਾ? ਮੈਂ ਤੇ ਕਹਾਂਗਾ ਕਿ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਬਣਾਈਆਂ ਹੋਈਆਂ ਕਠਪੁਤਲੀਆਂ ਨੇ, ਚਾਹੇ ਉਹ ਸਰਨੇ ਹੋਣ, ਚਾਹੇ ਉਹ ਸਿਰਸੇ ਹੋਣ, ਚਾਹੇ ਉਹ ਜੀਕੇ ਹੋਣ ਤੇ ਚਾਹੇ ਉਹ ਬਾਦਲ ਕੇ ਹੋਣ, ਇਹ ਸਾਰਿਆਂ ਨੇ ਇੱਕ ਤੋਂ ਵੱਧ ਨੁਕਸਾਨ ਕੀਤਾ, ਕਰਵਾਇਆ। ਜੇ ਦੁਬਾਰੇ ਕਿਤੇ ਆ ਗਏ ਤੇ ਹੋਰ ਕਰਵਾਉਣਗੇ। ਇਹ ਸਾਰੇ ਦੋਸ਼ੀ ਨੇ। ਔਰ 84 ਦੇ ਕਾਂਡ ਵਾਪਰੇ, ਚਾਹੇ ਉਹ ਹਰਿਮੰਦਰ ਸਾਹਿਬ ਵਾਲਾ ਸੀਗਾ, ਅਕਾਲ ਤਖਤ ਸਾਹਿਬ ਵਾਲਾ, ਚਾਹੇ ਉਹ ਇੱਥੇ ਵਾਲਾ ਸੀਗਾ, ਚਾਹੇ ਉਹ ਬੇਅਦਬੀਆਂ ਸੀਗੀਆਂ, ਇਹਦੇ ਲਈ ਇਹ ਸਭ ਜ਼ਿੰਮੇਵਾਰ ਨੇ। ਔਰ ਜਿਹੜੇ ਗੁਰੂ ਗ੍ਰੰਥ ਦੇ ਨਹੀਂ ਬਣੇ ਉਹ ਪੰਥ ਦੇ ਕਿਵੇਂ ਬਣ ਸਕਦੇ ਆ? 328 ਸਰੂਪ ਚੋਰੀ ਵੇਚ ਦਿੱਤੇ ਬਾਦਲ ਕਿਆਂ ਨੇ, ਸਿਰਸੇ ਦੀ ਜ਼ਬਾਨ ਬੰਦ ਹੈ। ਲੰਗਰ ਸੰਗਤਾਂ ਨੇ ਬਥੇਰੇ ਲਾਏ ਸੀ, ਇਹ ਤਾਂ ਆਟਾ ਵੇਚਦਾ ਫੜਿਆ ਗਿਆ ਉਹਨਾਂ ਦਿਨਾਂ 'ਚ। ਮੁਕੱਦਮਾ ਦਰਜ ਵੀ ਇਹਨਾਂ ਦਿਨਾਂ 'ਚ ਹੀ ਹੋਇਆ ਇਹਦੇ 'ਚ। ਔਰ ਹੁਣ ਫਿਰ ਟਰਾਕੇ ਦਾ ਫੜਿਆ ਗਿਆ। ਇਹ ਤਾਂ ਚੋਰ ਬੰਦੇ ਨੇ, ਇੱਕ ਨੰਬਰ ਦੇ ਸਿਰੇ ਦੇ ਗੱਪੀ ਬੰਦੇ ਨੇ। ਫਿਰ ਸਰਨਿਆਂ ਦੀ ਗੱਲ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਚੇਲਾ ਰਾਮ ਦੀ ਬੇਸਮੈਂਟ 'ਚੋਂ ਨਿਕਲੇ, ਜਿੱਥੇ ਗੰਦਾ ਪਾਣੀ ਪਿਸ਼ਾਬ ਦਾ ਪੈਂਦਾ ਰਿਹਾ, ਉਹਦੇ ਲਈ ਉਹ ਜ਼ਿੰਮੇਵਾਰ ਨੇ। ਇਹੀ ਪਾਣੀ ਇਹਨਾਂ ਦੇ ਸਿਰ 'ਚ ਪਿਆ ਹੁੰਦਾ, ਕਿਸੇ ਨੇ ਪਾਇਆ ਹੁੰਦਾ, ਧਾਰਾ 307 ਲਵਾਉਣੀ ਸੀ ਇਹਨਾਂ ਨੇ। ਪਰ ਇੱਥੇ ਚੁੱਪ ਨੇ। ਕੰਟੇਨਰਾਂ 'ਚੋਂ ਸਰੂਪ ਮਹਾਰਾਜ ਜੀ ਦੇ ਜੀਕੇ ਵੇਲੇ ਨਿਕਲੇ ਨੇ। ਅਤੇ ਜਿਹੜੇ ਗੁਰੂ ਗ੍ਰੰਥ ਦੇ ਭਗੌੜੇ ਹੋਣ, ਉਹਨਾਂ ਨੂੰ ਜੇ ਅਜੇ ਵੀ ਪੁੱਛੀਏ ਵੀ ਕਿੰਨਾ ਕੁ ਨੁਕਸਾਨ ਕੀਤਾ ਹੈ, ਇਹ ਤਾਂ ਸਿਰੇ ਦਾ ਨੁਕਸਾਨ ਕਰ ਗਏ ਜੀ, ਜਿਹਦੀ ਭਰਪਾਈ ਕਦੇ ਹੋ ਹੀ ਨਹੀਂ ਸਕਦੀ। ਤੁਹਾਡਾ ਮੁੱਦਾ ਕੀ ਹੈ ਹੁਣ? ਕਿਸ ਆਧਾਰ ਤੇ ਤੁਹਾਡੀ ਪਾਰਟੀ ਨੂੰ, ਸਿੱਖ ਸਦਭਾਵਨਾ ਦਲ ਨੂੰ ਸੰਗਤ ਵੋਟ ਕਰੇ? ਸ਼ਾਰਟ ਦੇ ਵਿੱਚ ਦੱਸੋ ਸੰਗਤ ਨੂੰ ਕਿਹੜੇ ਆਧਾਰ ਹੈ, ਕਿਹੜੇ ਕੰਮ ਹੈ ਜਿਹੜੇ ਤੁਸੀਂ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਆਧਾਰ ਤੇ ਤੁਸੀਂ ਲੋਕਾਂ ਦੇ ਵਿੱਚ ਆ ਰਹੇ? ਸਾਡਾ ਮੁੱਦਾ ਨਹੀਂ ਹੈ, ਸਾਡਾ ਦਰਦ ਹੈ, ਸਾਡੀ ਪੀੜਾ ਹੈ ਜਿਹੜੀ ਕੌਮ ਦੀ ਹੈ। ਉਹ ਇਹ ਹੈ ਕਿ ਅਸੀਂ ਸਿਲੈਕਸ਼ਨ ਵਾਲੇ ਲੋਕ ਹਾਂ। ਇਲੈਕਸ਼ਨ ਸਿਸਟਮ ਉਹ ਕਿੱਲਾ ਸਾਡੇ ਗਲ 'ਚ ਪਾਇਆ ਗਿਆ, ਮਰਿਆ ਸੱਪ, ਜਿਹਨੇ ਹੁਣ ਤੱਕ ਸਾਡੇ ਗੋਡੇ ਭੰਨੇ ਆ। ਇਹ ਅਸੀਂ ਬਦਲਾ ਲਿਆਉਣਾ ਹੈ, ਸਿੱਖ ਨੀਤੀ ਲਿਆਵਾਂਗੇ, ਇਹ ਰਾਜਨੀਤਿਕ ਭਜਾਵਾਂਗੇ। ਇਹ ਸਾਡਾ ਦਰਦ ਹੈ ਜਿਹੜਾ ਅਸੀਂ ਪੂਰਾ ਕਰਨ ਜਾ ਰਹੇ ਹਾਂ। ਸਿੱਖ ਨੀਤੀ ਲਿਆਵਾਂਗੇ ਔਰ ਸਿੱਖ ਨੀਤੀ ਲਿਆਉਣ ਤੋਂ ਬਾਅਦ ਪਹਿਲਾ ਕਦਮ ਕੀ ਹੋਊਗਾ? ਗੁਰੂ ਸਾਹਿਬ ਜੀ ਦਾ ਅਦਬ ਬਹਾਲ ਕਰਨਾ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨਾ। ਉਦੋਂ ਅਗਲੀ ਗੱਲ ਸਿਆਸੀ ਦਖਲ ਅੰਦਾਜ਼ੀ ਨੂੰ ਪੱਕੇ ਤੌਰ 'ਤੇ ਬੰਦ ਕਰਨਾ। ਤੀਸਰਾ, ਇਹ ਗੋਲ ਕਚੋਰ ਜਿਹੜੇ ਸਰਕਾਰਾਂ ਨਾਲ ਮਿਲ ਕੇ ਬਚੇ ਆਉਂਦੇ ਨੇ, ਪਰਚੇ ਹੋਏ ਨੇ, ਕਾਰਵਾਈ ਕੋਈ ਨਹੀਂ, ਇਹਨਾਂ ਦੀ ਉਹ ਪੂਰੀ ਉਹਦੀ ਭਰਪਾਈ ਵੀ ਕਰਾਵਾਂਗੇ ਔਰ ਇਹਦੀਆਂ ਪੱਕੀਆਂ ਇਹਨਾਂ ਦੀਆਂ ਉਹ ਪਾਬੰਦੀਆਂ ਵੀ ਲਵਾਵਾਂਗੇ। ਉਦੋਂ ਅਗਲੀ ਗੱਲ, ਸਿੱਖ ਬੱਚਿਆਂ ਨੂੰ ਅਸੀਂ ਨਹੀਂ ਦੇ ਰਹੇ ਜੋ ਗੁਰੂ ਸਾਹਿਬ ਦੇ ਗਏ ਸੀ। 10 ਰੁਪਈਆਂ 'ਚ ਬੱਚੇ ਪੜ੍ਹਾਉਣ ਦੀ ਗੱਲ, ਉਹਨਾਂ ਦਾ ਮੈਡੀਕਲ, ਉਹਨਾਂ ਦੀ ਕਮਾਈ, ਉਹਨਾਂ ਦਾ ਭਵਿੱਖ, ਸਿੱਖੀ ਸਿਧਾਂਤ, ਗੁਰੂ ਪੰਥ ਦੀ ਮਾਣ ਮਰਜ਼ਾਦਾ ਜਿਹੜੀ ਇਹਨਾਂ ਲੋਕਾਂ ਨੇ ਘਾਣ ਕਰਕੇ ਤੇ ਪੂਰੀ ਦੁਨੀਆ 'ਚ ਸਿੱਖਾਂ ਦੀ ਬਦਨਾਮੀ ਕਰਵਾ ਦਿੱਤੀ ਕਿ ਸਿੱਖ ਇੱਦਾਂ ਦੇ ਹੁੰਦੇ ਨੇ। ਇਹ ਤਾਂ ਸ਼ੇਰ ਦੀ ਖੱਲ ਪਾ ਕੇ ਪੰਥ ਦੇ ਖੇਮੇ 'ਚ ਖੋਤੇ ਤੁਰੇ ਫਿਰਦੇ ਨੇ। ਪਛਾਣਨੇ ਨੇ, ਕੱਢਣੇ ਨੇ ਔਰ ਆਉਣ ਵਾਲੇ ਲੋਕਾਂ ਨੂੰ ਦੱਸਣਾ ਹੈ ਵੀ ਭਾਈ ਸਿੱਖ ਝੂਠਾ ਨਹੀਂ ਤੇ ਝੂਠ ਬੋਲਣ ਵਾਲੇ ਸਿੱਖ ਨਹੀਂ, ਸਿੱਖ ਵਿਕਾਊ ਨਹੀਂ, ਵਿਕਣ ਵਾਲੇ ਸਿੱਖ ਨਹੀਂ। ਸਿੱਖ ਜਬਰ ਜ਼ੁਲਮ ਦੇ ਅੱਗੇ ਝੁਕਦਾ ਨਹੀਂ, ਅੱਖਾਂ ਵਿਖਾਉਂਦਾ ਹੈ। ਜੇ ਝੁਕਦਾ ਹੈ ਤੇ ਗੁਰੂ ਕੇ ਸਿੱਖਾਂ ਅੱਗੇ ਝੁਕਦਾ ਹੈ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਇਹ ਸਾਡਾ ਨਿਸ਼ਾਨਾ ਹੈ ਔਰ ਏਮ ਹੈ ਕਿ ਆਜ਼ਾਦ ਫਿਜ਼ਾ ਦਾ ਨਿੱਘ ਮਾਣਦੇ ਹਾਂ ਅਤੇ ਆਜ਼ਾਦ ਫਿਜ਼ਾ ਦਾ ਨਿੱਘ ਗੁਰੂ ਨੇ ਵੰਡਿਆ ਹੈ ਅਤੇ ਅਸੀਂ ਵੀ ਉਹੀ ਵੰਡਣ ਲਈ ਇੱਕ ਲਾਂਗਰੀ ਲੱਗੇ ਹੋਏ ਹਾਂ। ਧੰਨਵਾਦ ਵਡਾਲਾ ਸਾਹਿਬ, ਤੁਸੀਂ ਸਮਾਂ ਕੱਢਿਆ, ਜਗਬਾਣੀ ਦੇ ਨਾਲ ਗੱਲਬਾਤ ਕੀਤੀ ਅਤੇ ਨਾਲ ਨਾਲ ਤੁਹਾਡਾ ਜੋ ਮਕਸਦ ਹੈ ਉਹ ਵੀ ਤੁਸੀਂ ਸੰਗਤ ਦੇ ਸਾਹਮਣੇ ਲਿਆਂਦਾ।
ਇਹ ਸਨ ਭਾਈ ਬਲਦੇਵ ਸਿੰਘ ਵਡਾਲਾ, ਜੋ ਪੰਥਕ ਤੌਰ ਤੇ ਪਹਿਲਾਂ ਹੀ ਜਾਣੇ ਜਾਂਦੇ ਨੇ। ਮਹਾਨ ਗੁਰੂ ਘਰ ਦੇ ਕੀਰਤਨੀਏ ਵੀ ਰਹੇ ਨੇ ਭਾਈ ਵਡਾਲਾ ਜੀ, ਹੁਣ ਵੀ ਕੀਰਤਨ ਕਰਦੇ ਨੇ। ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਿਆਸੀ ਮੈਦਾਨ ਦੇ ਵਿੱਚ ਨਿੱਤਰੇ ਹਾਂ, ਉਹ ਇਹਨਾਂ ਦੀ ਮਜਬੂਰੀ ਹੈ, ਤਾਂ ਕਿ ਇਹ ਪੰਥਕ ਮਰਿਆਦਾ ਜਿਹੜੀ ਹੈ ਪਿਛਲੇ ਸਮੇਂ ਦੌਰਾਨ ਭੰਗ ਹੋਈ, ਉਹ ਚਾਹੇ ਕਿਸੇ ਵੀ ਪਾਰਟੀ ਦੇ ਵੱਲੋਂ, ਉਸ ਨੂੰ ਬਹਾਲ ਕਰਨੀ ਚਾਹੁੰਦੇ ਨੇ। ਇਸ ਕਰਕੇ ਇਹਨਾਂ ਨੇ ਸੰਗਤ ਦਾ ਸਾਥ ਮੰਗਿਆ ਹੈ। ਕੈਮਰਾਮੈਨ ਮੋਨੂ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਦਿੱਲੀ।